ਹੈਲੋ ਸਟੂਡੈਂਟਸ, ਕੀ ਹਾਲ ਚਾਲ ਬਈ ਸਾਰਿਆਂ ਦਾ। ਸੋ ਅੱਜ ਦੀ ਇੰਗਲਿਸ਼ ਦੀ ਕਲਾਸ ਦੇ ਵਿੱਚ ਆਪਾਂ ਕਰਾਂਗੇ ਤੁਹਾਡਾ ਲੈਸਨ ਨੰਬਰ 7 ਗਲੋਬਲ ਵਾਰਮਿੰਗ। ਸੋ ਸਭ ਤੋਂ ਪਹਿਲਾਂ ਬੱਚਿਓ, ਪੋਇਮ ਨੂੰ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਦੇਖ ਲਈਏ ਕਿ ਗਲੋਬਲ ਵਾਰਮਿੰਗ ਦਾ ਮਤਲਬ ਕੀ ਹੁੰਦਾ ਆ। ਬੱਚਿਓ, ਗਲੋਬਲ ਵਾਰਮਿੰਗ ਦਾ ਮਤਲਬ ਆ ਕਿ ਜਿਹੜੀ ਆਪਣੀ ਧਰਤੀ ਆ ਉਹ ਕੀ ਆ, ਦਿਨ ਦਿਨ ਗਰਮ ਹੁੰਦੀ ਜਾ ਰਹੀ ਆ। ਸੋ ਇਸੇ ਨੂੰ ਹੀ ਬੋਲਦੇ ਆ ਗਲੋਬਲ ਵਾਰਮਿੰਗ। ਸੋ ਸਭ ਤੋਂ ਪਹਿਲਾਂ ਆਪਣੇ ਕੋਲ ਨਿਊ ਵਰਡਸ ਆ ਜਿਨ੍ਹਾਂ ਦੀ ਆਪਾਂ ਹਰ ਵਾਰ ਦੇਖਦੇ ਹਾਂ ਕਿ ਕਿਹੜੇ ਵਰਡ ਦਾ ਕੀ ਮੀਨਿੰਗ ਆ। ਸੋ ਆਪਾਂ ਪਹਿਲਾਂ ਉੱਧਰ ਚੱਲਦੇ ਹਾਂ। ਆਪਣੇ ਕੋਲ ਨਿਊ ਵਰਡਸ ਆ। ਨੰਬਰ 1 ਗਲੋਬਲ, ਗਲੋਬਲ ਨੂੰ ਬੋਲਦੇ ਆ ਵਿਸ਼ਵ। ਨੰਬਰ 2 ਵਾਰਨਿੰਗ, ਮਤਲਬ ਚੇਤਾਵਨੀ। ਨੰਬਰ 3 ਵਹੀਕਲਸ, ਮਤਲਬ ਵਾਹਨ। ਟਰੈਪ, ਜਾਲ। ਸਟਬਲ, ਪਰਾਲੀ। ਪੋਲਿਊਸ਼ਨ, ਪ੍ਰਦੂਸ਼ਣ। ਹਾਰਮਫੁਲ, ਨੁਕਸਾਨਦਾਇਕ। ਐਰੈਡੀਕੇਟ, ਜੜ ਤੋਂ ਖਤਮ ਕਰਨਾ। ਸੋ ਬੱਚਿਓ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਬੋਲਦਾ ਆ ਵਰਡਸ ਦੁਬਾਰਾ, ਓਨਲੀ ਇੰਗਲਿਸ਼ ਵਿੱਚ ਬੋਲੂੰਗਾ, ਤੁਸੀਂ ਮੇਰੇ ਮਗਰ ਬੋਲਣੇ ਆ। ਗਲੋਬਲ, ਵਾਰਨਿੰਗ, ਵਹੀਕਲਸ, ਟਰੈਪ, ਸਟਬਲ, ਪੋਲਿਊਸ਼ਨ, ਹਾਰਮਫੁਲ, ਐਰੈਡੀਕੇਟ। ਸੋ ਹੁਣ ਆਪਾਂ ਚੱਲਦੇ ਹਾਂ ਬੈਕ। ਪ੍ਰੀ ਰੀਡਿੰਗ ਵਿੱਚ ਕੁਝ ਕੁਐਸਚਨ ਆ ਤੁਹਾਡੇ ਤੋਂ ਪੁੱਛੇ ਗਏ। ਨੰਬਰ 1 ਨੇਮ ਦ ਪਲੈਨਟ ਔਨ ਵਿਚ ਵੀ ਲਿਵ, ਕਹਿੰਦੇ ਉਸ ਪਲੈਨਟ ਦਾ ਨਾਮ ਦੱਸੋ, ਉਸ ਗ੍ਰਹਿ ਦਾ ਨਾਮ ਦੱਸੋ ਜਿਸ ਉੱਤੇ ਆਪਾਂ ਰਹਿੰਦੇ ਹਾਂ। ਨੰਬਰ 2 ਵੇਅਰ ਡੂ ਵੀ ਗੈਟ ਆਕਸੀਜਨ ਫਰੋਮ, ਆਪਾਂ ਨੂੰ ਆਕਸੀਜਨ ਕਿੱਥੋਂ ਮਿਲਦੀ ਆ। ਸੋ ਇਹਦਾ ਆਨਸਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਕਿੱਥੋਂ ਮਿਲਦੀ ਆ, ਟਰੀਜ਼ ਤੋਂ। ਨੈਕਸਟ ਕੁਐਸਚਨ what will happen if all the trees are cut, ਕਹਿੰਦੇ ਅਗਰ ਸਾਰੇ ਦਰਖਤ ਕੱਟ ਦਿੱਤੇ ਜਾਣ ਤਾਂ ਕੀ ਹੋਵੇਗਾ। ਸੋ ਇਹ ਸੀ, ਇਹਨਾਂ ਦੇ ਤੁਸੀਂ ਜਵਾਬ ਜਿਹੜੇ ਆ ਮੈਨੂੰ ਰਿਕਾਰਡਿੰਗ ਕਰਕੇ ਵੀ ਦੇ ਸਕਦੇ ਆ। ਸੋ ਹੁਣ ਆਪਾਂ ਪੋਇਮ ਸਟਾਰਟ ਕਰਦੇ ਆ। ਇੱਕ ਪੋਇਮ ਆ ਕਟਿੰਗ ਆਫ ਟਰੀਜ਼ ਇਜ਼ ਗਿਵਿੰਗ ਅਸ ਵਾਰਨਿੰਗ, ਕੀ ਕਹਿੰਦੇ ਜਿਹੜੀ ਆਪਾਂ ਦਰਖਤਾਂ ਦੀ ਕਟਾਈ ਕਰ ਰਹੇ ਆ, ਕਹਿੰਦੇ ਉਹ ਸਾਨੂੰ ਇੱਕ ਵਾਰਨਿੰਗ ਦਿੰਦੀ ਆ। ਵਾਰਨਿੰਗ ਮਤਲਬ ਚੇਤਾਵਨੀ। that there is an increase in global warming, ਕੀ ਕਹਿੰਦੇ ਕਿ ਜਿਹੜੇ ਆਪਾਂ ਦਰਖਤ ਕੱਟ ਰਹੇ ਹਾਂ ਆਪਾਂ ਨੂੰ ਇੱਕ ਚੇਤਾਵਨੀ ਦਿੰਦੇ ਆ ਕਿ ਉਹਦੇ ਨਾਲ ਕੀ ਵੱਧ ਰਹੀ ਆ, ਗਲੋਬਲ ਵਾਰਮਿੰਗ, ਕਿ ਆਪਣੀ ਜਿਹੜੀ ਧਰਤੀ ਆ ਉਹ ਦਿਨ ਬ ਦਿਨ ਗਰਮ ਹੋ ਰਹੀ ਆ। it is increasing day by day, we all are aware, to control it we really don't care, ਕੀ ਕਹਿੰਦੇ ਦਿਨ ਬ ਦਿਨ ਇਹਦੇ ਵਿੱਚ ਬਹੁਤ ਵਾਧਾ ਹੋ ਰਿਹਾ ਆ ਤੇ ਕਹਿੰਦੇ ਆਪਾਂ ਸਾਰੇ ਕੀ ਆ, ਵੀ ਆਲ ਆਰ ਅਵੇਅਰ ਟੂ ਕੰਟਰੋਲ ਇਟ, ਆਪਾਂ ਕਹਿੰਦੇ ਆਪਾਂ ਬਿਲਕੁਲ ਜਾਗਰੂਕ ਆ ਇਹਨੂੰ ਕੰਟਰੋਲ ਕਰਨ ਦੇ ਲਈ, ਪਰ ਅਸੀਂ ਕਹਿੰਦੇ ਸੱਚਮੁੱਚ ਕੀ ਅਸੀਂ ਕੋਈ ਕੇਅਰ ਨਹੀਂ ਕਰਦੇ, ਅਸੀਂ ਕੋਈ ਧਿਆਨ ਨਹੀਂ ਦਿੰਦੇ। ਸੋ ਹੁਣ ਆਪਾਂ ਨੈਕਸਟ ਪੇਜ ਤੇ ਚੱਲਦੇ ਹਾਂ, ਪੇਜ ਨੰਬਰ 83। ਦ ਬਰਨਿੰਗ ਆਫ ਸਟਬਲ ਇਜ਼ ਡੂਇੰਗ ਪੋਲਿਊਸ਼ਨ, ਕੀ ਕਹਿੰਦੇ ਜੋ ਆਪਾਂ ਪਰਾਲੀ ਸਾੜ ਰਹੇ ਹਾਂ, ਸਟਬਲ ਦਾ ਮਤਲਬ ਆ ਪਰਾਲੀ, ਆਪਾਂ ਨਿਊ ਵਰਡਸ ਦੇ ਵਿੱਚ ਪੜ੍ਹਿਆ ਸੀ। ਕੀ ਕਹਿੰਦੇ ਇਹ ਕੀ ਕਰ ਰਹੀ ਆ, ਜੋ ਆਪਾਂ ਪਰਾਲੀ ਸਾੜਦੇ ਆ ਉਹਦੇ ਨਾਲ ਕੀ ਹੁੰਦਾ ਆ, ਪ੍ਰਦੂਸ਼ਣ। ਐਂਡ ਵੀ ਹੈਵ ਨਾਟ ਸਟਿਲ ਫਾਊਂਡ ਐਨੀ ਸੋਲਿਊਸ਼ਨ, ਤੇ ਕੀ ਕਹਿੰਦੇ ਕਿ ਹਜੇ ਤੱਕ ਵੀ ਸਾਨੂੰ ਇਹਦਾ ਕੋਈ ਹੱਲ ਨਹੀਂ ਲੱਭਿਆ। ਯੂਜ਼ ਆਫ ਵਹੀਕਲਸ ਇਜ਼ ਇਨਕਰੀਜ਼ਿੰਗ ਡੇ ਬਾਈ ਡੇ, ਆਊਟ ਆਫ ਵਿਚ ਹਾਰਮਫੁਲ ਐਮਿਸ਼ਨਸ ਆਰ ਫਾਈਂਡਿੰਗ ਵੇ, ਕੀ ਕਹਿੰਦੇ ਕਿ ਜਿਹੜੇ ਆਪਾਂ ਵਹੀਕਲਸ ਦਾ ਯੂਜ਼ ਕਰ ਰਹੇ ਹਾਂ, ਜਿੰਨੇ ਵੀ ਸਾਧਨ ਆ, ਵਾਹਨ ਆ, ਜਿਹੜੇ ਕੀ ਆ ਧੂੰਆਂ ਛੱਡਦੇ ਆ, ਸੋ ਉਹਦੇ ਨਾਲ ਵੀ ਬਹੁਤ ਇਨਕਰੀਜ਼ ਹੋ ਰਹੀ ਹੈ ਗਲੋਬਲ ਵਾਰਮਿੰਗ। ਠੀਕ ਆ, ਤੇ ਕੀ ਕਹਿੰਦੇ ਹਾਰਮਫੁਲ ਐਮਿਸ਼ਨਸ, ਐਮਿਸ਼ਨ ਹੁੰਦਾ ਨਿਕਾਸ, ਜਿਹੜੇ ਹਾਰਮਫੁਲ ਗੈਸਾਂ ਆ, ਧੂੰਆਂ ਆ, ਉਹ ਕੀ ਆ ਕਹਿੰਦੇ ਆਪਣੀ ਜਿਹੜੀ ਆਪਣਾ ਇਨਵਾਇਰਮੈਂਟ ਆ ਇਹਦੇ ਵਿੱਚ ਆ ਰਿਹਾ ਆ, ਜਿਹਦੇ ਕਰਕੇ ਗਲੋਬਲ ਵਾਰਮਿੰਗ ਹੋ ਰਹੀ ਆ। ਹਾਈ ਯੂਜ਼ ਆਫ ਫਰਟੀਲਾਈਜ਼ਰਸ, ਫਰਟੀਲਾਈਜ਼ਰਸ ਬੋਲਦੇ ਆ ਬੇਟਾ ਜਿਹੜੀਆਂ ਖਾਦਾਂ ਹੁੰਦੀਆਂ, ਰਸਾਇਣਕ ਖਾਦਾਂ। ਹਾਈ ਯੂਜ਼ ਆਫ ਫਰਟੀਲਾਈਜ਼ਰਸ ਹੈਜ਼ ਰੇਜ਼ਡ ਅਰਥਸ ਟੈਂਪਰੇਚਰ, ਕੀ ਕਹਿੰਦੇ ਜਿਹੜੀ ਆਪਾਂ ਉੱਚ ਮਾਤਰਾ ਵਿੱਚ ਵਰਤੋਂ ਕਰ ਰਹੇ ਹਾਂ ਫਰਟੀਲਾਈਜ਼ਰਸ ਦੀ, ਖਾਦਾਂ ਦੀ, ਉਹ ਕੀ ਵਧਾ ਰਹੀਆਂ ਆ, ਧਰਤੀ ਦਾ ਟੈਂਪਰੇਚਰ, ਧਰਤੀ ਦਾ ਤਾਪਮਾਨ। ਵਿਚ ਇਜ਼ ਇੰਡੀਡ ਅ ਥ੍ਰੈਟ ਟੂ ਮਦਰ ਨੇਚਰ, ਕੀ ਕਹਿੰਦੇ ਇੰਡੀਡ ਦਾ ਮਤਲਬ ਹੁੰਦਾ ਵਾਸਤਵ ਵਿੱਚ, ਕਹਿੰਦੇ ਵਾਸਤਵ ਵਿੱਚ ਇਹ ਸਾਰੀਆਂ ਚੀਜ਼ਾਂ ਕੀ ਕਰ ਰਹੀਆਂ ਆ, ਖਤਰਾ ਆ ਆਪਣੀ ਮਦਰ ਨੇਚਰ ਨੂੰ। ਮਦਰ ਮਾਂ, ਨੇਚਰ ਕੁਦਰਤ, ਜਿਹੜੀ ਆਪਣੀ ਕੁਦਰਤ ਮਾਂ ਆ, ਧਰਤੀ ਮਾਂ ਆ, ਉਹਦੇ ਲਈ ਖਤਰਾ ਆ। ਆਵਰ ਲਾਈਫ ਵਿਲ ਸੂਨ ਬਿਕਮ ਅ ਡਰੈਡਫੁਲ ਹੈਲ,
ਕੀ ਕਹਿੰਦੇ ਆਪਣੀ ਜ਼ਿੰਦਗੀ ਕਹਿੰਦੇ ਜਲਦੀ ਹੀ ਕੀ ਬਣ ਜਾਣੀ ਆ, ਡਰੈਡਫੁਲ ਹੁੰਦਾ ਭਿਆਨਕ, ਹੈਲ ਹੁੰਦਾ ਨਰਕ। ਕੀ ਕਹਿੰਦੇ ਆਪਣੀ ਜ਼ਿੰਦਗੀ ਅਗਰ ਆਪਾਂ ਇਸੇ ਤਰ੍ਹਾਂ ਹੀ ਦਰਖਤ ਕੱਟਦੇ ਰਹੇ, ਪਰਾਲੀ ਸਾੜਦੇ ਰਹੇ, ਤੇ ਕੀ ਕਹਿੰਦੇ ਆ ਕਿ ਆਪਣੇ ਜਿਹੜਾ ਨੇਚਰ ਆ, ਆਪਣੀ ਜਿਹੜੀ ਕੁਦਰਤ ਆ, ਉਹਨੇ ਕੀ ਬਣ ਜਾਣਾ, ਨਰਕ। ਆਪਣੀ ਲਾਈਫ ਵੀ ਕੀ ਬਣ ਜਾਣੀ ਆ, ਨਰਕ। ਐਂਡ ਔਨ ਦਿਸ ਪਲੈਨਟ ਇਟ ਵਿਲ ਬੀ ਡਿਫਿਕਲਟ ਟੂ ਡਵੈਲ ਹੁੰਦਾ ਆਵਾਸ। ਕੀ ਕਹਿੰਦੇ ਕਿ ਫਿਰ ਆਪਣਾ ਇਸ ਗ੍ਰਹਿ ਤੇ, ਇਸ ਧਰਤੀ ਤੇ ਰਹਿਣਾ ਬਹੁਤ ਹੀ ਮੁਸ਼ਕਲ ਹੋ ਜਾਣਾ ਅਗਰ ਆਪਾਂ ਡੇ ਬਾਏ ਡੇ ਇਹੀ ਕੁਝ ਹੀ ਕਰਦੇ ਰਹੇ। ਨਾਓ ਵੀ ਸ਼ੁੱਡ ਫਾਈਂਡ ਸੋਲਿਊਸ਼ਨ ਫॉर ਗਲੋਬਲ ਵਾਰਮਿੰਗ ਟੂ ਮੇਕ ਅਰਥ ਵਰਥ ਲਿਵਿੰਗ ਫॉर ਜਨਰੇਸ਼ਨਸ ਕਮਿੰਗ। ਕੀ ਕਹਿੰਦੇ ਹੁਣ ਕਹਿੰਦੇ ਆਪਾਂ ਨੂੰ ਕੋਈ ਹੱਲ ਲੱਭਣਾ ਚਾਹੀਦਾ ਗਲੋਬਲ ਵਾਰਮਿੰਗ ਦਾ। ਕੀ ਕਾਦੇ ਲਈ, ਕਿਉਂ ਆਪਾਂ ਨੂੰ ਹੱਲ ਲੱਭਣਾ ਚਾਹੀਦਾ? ਕਿਉਂਕਿ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਆ ਉਹ ਵੀ ਕੀ ਆ, ਇੱਥੇ ਆਪਣੀ ਧਰਤੀ ਤੇ ਇੱਥੇ ਰਹਿ ਸਕਣ ਤੇ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜੀ ਸਕਣ। ਸੋ ਇਹ ਸੀ ਆਪਣੀ ਪੋਇਮ। ਸੋ ਇਸ ਦੇ ਨਾਲ ਹੀ ਆਪਣੀ ਪੋਇਮ ਦਾ ਐਂਡ ਹੁੰਦਾ ਆ। ਸੋ ਮੈਨੂੰ ਉਮੀਦ ਆ ਕਿ ਤੁਹਾਨੂੰ ਸਾਰਿਆਂ ਨੂੰ ਇਸ ਪੋਇਮ ਦੀ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ। ਹੁਣ ਆਪਾਂ ਨੈਕਸਟ ਕਰਾਂਗੇ ਇਸੇ ਪੋਇਮ ਦੀ ਬੈਕ ਐਕਸਰਸਾਈਜ਼ ਜਾਂ ਕੁਐਸਚਨ ਆਨਸਰਸ ਹੈ ਨਹੀਂਗੇ ਇਸ ਪੋਇਮ ਦੇ। ਦੇਖੋ ਨੈਕਸਟ ਹੈ ਆਪਣੇ ਕੋ ਫਿਲ ਇਨ ਦ ਬਲੈਂਕਸ। ਫਸਟ ਫਿਲ ਇਨ ਦਾ ਬਲੈਂਕ ਆ ਡੈਸ਼ ਇਜ਼ ਗਿਵਿੰਗ ਅਸ ਅ ਵਾਰਨਿੰਗ। ਕਿਹੜੀ ਚੀਜ਼ ਆਪਾਂ ਨੂੰ ਵਾਰਨਿੰਗ ਦੇ ਰਹੀ ਆ? ਕਟਿੰਗ ਆਫ ਟਰੀਜ਼। ਨੰਬਰ 2 ਹਾਈ ਯੂਜ਼ ਆਫ ਫਰਟੀਲਾਈਜ਼ਰਸ ਹੈਜ਼ ਰੇਜ਼ਡ ਅਰਥਸ। ਕੀ ਕਹਿੰਦੇ ਜਿਹੜੇ ਉੱਚ ਮਾਤਰਾ ਵਿੱਚ ਆਪਾਂ ਰਸਾਇਣਕ ਖਾਦਾਂ ਦੀ ਵਰਤੋਂ ਕਰ ਰਹੇ ਆ ਉਹਨੇ ਕੀ ਵਧਾ ਦਿੱਤਾ ਆ? ਧਰਤੀ ਦਾ ਕੀ ਵਧਾਇਆ ਆ? ਟੈਂਪਰੇਚਰ ਮਤਲਬ ਤਾਪਮਾਨ। ਡੈਸ਼ ਇਜ਼ ਅ ਬਰਨਿੰਗ ਟੌਪਿਕ। ਬਰਨਿੰਗ ਟੌਪਿਕ ਕਿਹੜਾ ਆ? ਗਲੋਬਲ ਵਾਰਮਿੰਗ। ਯੂਜ਼ ਆਫ ਵਹੀਕਲਸ ਇਜ਼ ਇਨਕਰੀਜ਼ਿੰਗ। ਕੀ ਕਹਿੰਦੇ ਜਿਹੜੇ ਆਪਾਂ ਵਾਹਨਾਂ ਦੀ ਵਰਤੋਂ ਕਰ ਰਹੇ ਆ ਡੇ ਕੀ ਹੋ ਰਹੀ ਹੈ? ਇਨਕਰੀਜ਼ ਡੇ ਬਾਏ ਡੇ, ਦਿਨ ਬ ਦਿਨ। ਡੇ ਬਾਏ ਡੇ ਦਾ ਮਤਲਬ ਦਿਨ ਬ ਦਿਨ। ਔਨ ਦਿਸ ਪਲੈਨਟ ਇਟ ਵਿਲ ਬੀ ਡੈਸ਼ ਟੂ ਡਵੈਲ। ਕਹਿੰਦੇ ਇਸ ਪਲੈਨਟ ਤੇ ਇਟ ਵਿਲ ਬੀ ਡੈਸ਼ ਕੀ ਹੋ ਜਾਊਗਾ? ਆਵਾਸ ਕਰਨਾ ਮੁਸ਼ਕਲ, ਰਹਿਣਾ ਕੀ ਹੋ ਜਾਊਗਾ? ਮੁਸ਼ਕਲ। ਡਿਫਿਕਲਟ ਮਤਲਬ ਮੁਸ਼ਕਲ। ਸੋ ਇਹ ਸੀ ਫਿਲ ਇਨ ਦ ਬਲੈਂਕਸ। ਨੈਕਸਟ ਆ ਰਾਈਟ ਦ ਰਾਈਮਿੰਗ ਵਰਡਸ ਯੂਜ਼ਡ ਇਨ ਦ ਪੋਇਮ। ਕਹਿੰਦੇ ਰਾਈਮਿੰਗ ਵਰਡਸ ਜਿਹੜੇ ਯੂਜ਼ ਕੀਤੇ ਗਏ ਇਸ ਪੋਇਮ 'ਚ ਉਹ ਲਿਖੋ। ਫੋਰ ਐਗਜ਼ਾਮਪਲ ਦਿੱਤਾ ਗਿਆ ਆਪਾਂ ਨੂੰ ਵਾਰਨਿੰਗ, ਵਾਰਮਿੰਗ। ਸੋ ਇਹ ਰਲਦੇ ਮਿਲਦੇ ਆ। ਰਲਦੇ ਮਿਲਦੇ ਜਿਹੜੇ ਸ਼ਬਦ ਹੁੰਦੇ ਆ, ਵਰਡਸ ਹੁੰਦੇ, ਉਹਨਾਂ ਨੂੰ ਬੋਲਦੇ ਆ ਰਾਈਮਿੰਗ। ਸੋ ਆਪਾਂ ਪੋਇਮ ਵਿੱਚੋਂ ਚੱਕਣੇ ਆ। ਆਪਾਂ ਨੀਚੇ ਲਿਖੇ ਹੋਏ ਆ ਅਵੇਅਰ, ਕੇਅਰ, ਹੈਲ, ਡਿਵੈਲ, ਪੋਲਿਊਸ਼ਨ, ਸੋਲਿਊਸ਼ਨ, ਟੈਂਪਰੇਚਰ, ਨੇਚਰ, ਡੇ, ਵੇ, ਵਾਰਮਿੰਗ, ਕਮਿੰਗ। ਸੋ ਇਹ ਰਲਦੇ ਮਿਲਦੇ ਜਿਹੜੇ ਵਰਡਸ ਆ ਇਹ ਤੁਸੀਂ ਇਸੇ ਤਰ੍ਹਾਂ ਲਿਖਣੇ ਆ। ਨੈਕਸਟ ਟਰੂ ਔਰ ਫਾਲਸ। ਨੰਬਰ 1 ਵੀ ਸ਼ੁੱਡ ਕੱਟ ਮੋਰ ਐਂਡ ਮੋਰ ਟਰੀਜ਼। ਕਹਿੰਦੇ ਆਪਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਦਰਖਤ ਕੱਟਣੇ ਚਾਹੀਦੇ ਆ। ਨੋ, ਦਿਸ ਇਜ਼ ਅ ਰੋਂਗ। ਇੱਥੇ ਕੀ ਹੋਣਾ? ਫਾਲਸ। ਵੀ ਸ਼ੁੱਡ ਯੂਜ਼ ਲੈਸ ਫਰਟੀਲਾਈਜ਼ਰਸ। ਕਹਿੰਦੇ ਆਪਾਂ ਨੂੰ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਰਸਾਇਣਕ ਖਾਦਾਂ ਦੀ। ਸਹੀ ਕਿਹਾ ਇਹ? ਹਾਂਜੀ, ਇਹ ਟਰੂ ਆ। ਰਾਈਜ਼ ਇਨ ਟੈਂਪਰੇਚਰ ਵਿਲ ਮੇਕ ਆਵਰ ਲਾਈਫ ਹੈਪੀ। ਕਹਿੰਦੇ ਜਿਹੜਾ ਤਾਪਮਾਨ ਵੱਧਦਾ ਹੈ ਉਹਦੇ ਨਾਲ ਆਪਣੀ ਲਾਈਫ ਸਗੋਂ ਵਧੀਆ ਹੋ ਜਾਣੀ ਆ, ਖੁਸ਼ ਹੋ ਜਾਣੀ ਆ। ਨੋ, ਦਿਸ ਇਜ਼ ਫਾਲਸ। ਵੀ ਸ਼ੁੱਡ ਗੈਟ ਆਵਰ ਵਹੀਕਲਸ ਚੈੱਕਡ ਐਟ ਸਪੈਸੀਫਿਕ ਇੰਟਰਵਲਸ। ਕਹਿੰਦੇ ਆਪਾਂ ਨੂੰ ਥੋੜੇ ਸਮੇਂ ਬਾਅਦ ਆਪਣੇ ਜਿਹੜੇ ਵਾਹਨ ਆ ਉਹਨਾਂ ਨੂੰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ, ਚੈੱਕ ਕਰਦੇ ਰਹਿਣਾ ਚਾਹੀਦਾ। ਹਾਂਜੀ, ਇਹ ਕੀ ਆ? ਟਰੂ ਆ। ਸੋ ਇਸ ਦੇ ਨਾਲ ਹੀ ਆਪਣੀ ਇਹ ਪੋਇਮ ਜਿਹੜੀ ਆ ਉਹ ਕੰਪਲੀਟ ਹੋ ਗਈ ਆ। ਤੇ ਤੁਸੀਂ ਜਿਹੜਾ ਆ ਇਸ ਵੀਡੀਓ ਨੂੰ ਲਾਸਟ ਤੱਕ ਦੇਖ ਕੇ ਤੇ ਇਸ ਪੋਇਮ ਨੂੰ ਜਿਹੜਾ ਵਾ ਚੰਗੇ ਤਰੀਕੇ ਨਾਲ ਸਮਝ ਲੈਣਾ ਆ। ਇਸ ਤੋਂ ਬਾਅਦ ਵੀ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਆ। ਬਾਏ ਬਾਏ।